ਭਾਰਤ ਦੇ ਰੋਜ਼ਾਨਾ 370 ਲੋਕ ਅਜਿਹੇ ਨੇ ਜਿਨ੍ਹਾਂ ਨੂੰ ਭਾਰਤ ਵਿੱਚ ਰਹਿਣਾ ਪਸੰਦ ਨਹੀਂ ਆ ਰਿਹਾ ਤੇ ਉਹ ਵਿਦੇਸ਼ਾਂ ਦੇ ਹੋ ਰਹੇ ਨੇ, ਯਾਨੀ ਕਿ ਭਾਰਤ ਦੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਨੇ। ਇਸ ਦੇ ਪਿੱਛੇ ਕਾਰਨ ਕੀ ਹੈ? ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇ ਪ੍ਰਾਈਮ ਟਾਈਮ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਵਿਦੇਸ਼ਾਂ ਦੀ ਚਮਕ ਦਮਕ ਨੇ ਪੰਜਾਬੀਆਂ ਨੂੰ ਜ਼ਿਆਦਾ ਮੋਹਿਆ। ਡਾਲਰਾਂ ਤੇ ਪੌਂਡਾਂ ਦੀ ਗੁਣਾ ਜ਼ਰਬ ਪੰਜਾਬੀਆਂ ਦੇ ਵਿੱਚ ਵਿਦੇਸ਼ ਜਾ ਕੇ ਵਸਣ ਦੀ ਲਾਲਸਾ ਪੈਦਾ ਕਰ ਰਹੀ ਹੈ। ਕੋਈ ਵਰਕ ਪਰਮਿਟ ਦੇ ਲਾਲਚ ਨੂੰ ਤੇ ਹੋਰ ਪੜ੍ਹਾਈ ਦੇ ਬਹਾਨੇ ਤੇ ਬਹੁਤ ਸਾਰੇ ਉੱਥੇ ਪੱਕੇ ਤੌਰ ਤੇ ਸੈੱਟ ਹੋਣ ਲਈ ਦਿਲ ਦੇ ਵਿੱਚ ਸਿੱਕ ਭਰ ਰਹੇ ਨੇ। ਪੁਰਾਣੇ ਸਮਿਆਂ ਤੇ ਝਾਤ ਮਾਰੀਏ ਤਾਂ ਉਦੋਂ ਪੰਜਾਬੀ ਬਾਹਰ ਖੱਟਣ ਕਮਾਉਣ ਲਈ ਜਾਂਦੇ ਰਹੇ ਨੇ। ਪੰਜਾਬ ਵਿਦੇਸ਼ ਕਰਕੇ ਦੁਆਬੇ ਦੀ ਅਮੀਰੀ ਦੇ ਪਿੱਛੇ ਡਾਲਰਾਂ ਦਾ ਹੀ ਹੱਥ ਹੈ। ਪ੍ਰਵਾਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਦਾ ਰੂਪ ਜ਼ਰੂਰ ਬਦਲਿਆ ਹੈ, ਪਰ ਪ੍ਰਵਾਸੀ ਹੋ ਰਹੇ ਨੇ ਲੋਕ। ਵਿਦੇਸ਼ਾਂ ਵਿੱਚ ਪੱਕੇ ਹੋ ਕੇ ਉੱਥੋਂ ਦੇ ਬਣ ਜਾਣ ਦਾ ਕਿਸੇ ਨੂੰ ਚੇਤਾ ਵੀ ਨਹੀਂ ਸੀ ਆਉਂਦਾ ਹੁੰਦਾ। ਅਜਿਹਾ ਦੌਰ ਵੀ ਹੁੰਦਾ ਸੀ, ਪਰ ਹੁਣ ਪ੍ਰਵਾਸੀ ਪੰਜਾਬੀ ਉੱਥੋਂ ਦੇ ਹੀ ਹੋ ਕੇ ਰਹਿ ਗਏ ਨੇ। ਤੇ ਇਹਦਾ ਸਿਰਫ ਇਕੱਲਾ ਇੱਕੋ ਇੱਕ ਕਾਰਨ ਇਹ ਨਹੀਂ ਹੈ ਕਿ ਡਾਲਰਾਂ ਦੀ ਚਮਕ ਹੀ ਦਿਸਦੀ ਹੈ, ਪੌਂਡਾਂ ਦੀ ਚਮਕ ਹੀ ਪੰਜਾਬੀਆਂ ਨੂੰ ਉੱਥੇ ਖਿੱਚ ਕੇ ਲੈ ਜਾਂਦੀ ਹੈ, ਬਲਕਿ ਇਸ ਦੇ ਕਈ ਕਾਰਨ ਨੇ। ਬਾਹਰ ਜਾਣ ਦਾ ਰੁਝਾਨ ਵਧੇ ਵੀ ਕਿਉਂ ਨਾ, ਸਭ ਤੋਂ ਪਹਿਲਾ ਕਾਰਨ ਤਾਂ ਇਹੀ ਹੈ ਕਿ ਇੱਥੇ ਰੁਜ਼ਗਾਰ ਨਹੀਂ ਮਿਲਦਾ। ਜਦੋਂ ਹਾਕਮ ਰੁਜ਼ਗਾਰ ਦੇਣ ਦੀ ਥਾਂ ਇਮੀਗ੍ਰੇਸ਼ਨ ਕੰਪਨੀਆਂ ਵਾਂਗੂ ਨੌਜਵਾਨਾਂ ਨੂੰ ਵਿਦੇਸ਼ ਤੋਰਨ ਦੇ ਲਈ ਲਾਲਚ ਦੇਣ ਲੱਗ ਪੈਣ ਤਾਂ ਫਿਰ ਨੌਜਵਾਨ ਕੀ ਕਰਨਗੇ? ਇੱਕ ਸਿਆਸੀ ਪਾਰਟੀ ਸਕੂਲਾਂ ਦੇ ਵਿੱਚ ਆਇਲਸ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਲਾਲਚ ਦੇ ਰਹੀ ਹੈ। ਦੂਜੀ ਪਾਰਟੀ ਵਿਦੇਸ਼ ਜਾਣ ਦੇ ਲਈ ਪੈਸੇ ਦਾ ਬੰਦੋਬਸਤ ਕਰਨ ਦਾ ਲਾਲਚ ਦੇ ਰਹੀ ਹੈ। ਬੱਚਿਆਂ ਨੂੰ ਜਦੋਂ ਇੱਥੇ ਆਪਣਾ ਭਵਿੱਖ ਸੁਨਹਿਰਾ ਨਹੀਂ ਦਿਖਦਾ, ਸੁਰੱਖਿਅਤ ਨਹੀਂ ਦਿਖਦਾ, ਤਾਂ ਉਹ ਵੀ ਵਿਦੇਸ਼ ਨੂੰ ਹੀ ਬਦਲ ਲੱਭਦੇ ਨੇ। ਵਿਦੇਸ਼ ਜਾਣ ਤੇ ਮੁੜ ਆਪਣੇ ਵਤਨ ਪਰਤ ਆਉਣ ਦਾ ਵਰਤਾਰਾ ਹੁਣ ਪੁਰਾਣਾ ਹੋ ਗਿਆ। ਬਹੁਤੇ ਪ੍ਰਵਾਸੀ ਤਾਂ ਉੱਥੇ ਜਾ ਕੇ ਹੀ ਪੱਕੇ ਤੌਰ ਤੇ ਵਸਣ ਨੂੰ ਪਹਿਲ ਦੇਣ ਲੱਗੇ ਨੇ। ਕੁੱਲ ਮਿਲਾ ਕੇ ਦੇਖ ਲਈਏ ਤਾਂ ਜਿਹੜਾ ਰੁਜ਼ਗਾਰ ਦਾ ਕਾਰਨ ਹੈ ਉਹ ਸਭ ਤੋਂ ਵੱਡਾ ਕਾਰਨ ਹੈ। ਇੱਥੇ ਜਿਹੜੇ ਪੰਜਾਬੀ ਪੁੱਤ ਹੈਗੇ ਨੇ ਉਹ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਨੇ, ਜ਼ਮੀਨਾਂ ਵੇਚ ਕੇ ਕਰਜ਼ੇ ਚੁੱਕ ਕੇ ਬਾਹਰ ਜਾਂਦੇ ਨੇ, ਕਿਉਂਕਿ ਇੱਥੇ ਸਥਾਈ ਜਿਹੜੀ ਇਨਕਮ ਹੈ ਕੋਈ ਉਹ ਨਹੀਂ ਹੁੰਦੀ। ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈ। ਤੇ ਕਿਸੇ ਵੀ ਮੁਲਕ ਦੇ ਲੋਕਾਂ ਵੱਲੋਂ ਆਪਣਾ ਮੁਲਕ ਛੱਡ ਕੇ ਹੋਰ ਦੇਸ਼ ਵਿੱਚ ਪੱਕੇ ਤੌਰ ਤੇ ਵਸ ਜਾਣਾ ਕੋਈ ਚੰਗਾ ਰੁਝਾਨ ਨਹੀਂ ਹੈਗਾ। ਸਰਕਾਰਾਂ ਚਿੰਤਿਤ ਹੋਣ ਜਾਣਾ, ਪਰ ਜਾਗਰੂਕ ਲੋਕਾਂ ਦੇ ਲਈ ਇਹ ਚਿੰਤਾ ਤੇ ਨਮੋਸ਼ੀ ਦਾ ਵਿਸ਼ਾ ਬਣਨ ਲੱਗਿਆ। ਭਾਰਤ ਵਿੱਚ ਵੀ ਅਜਿਹਾ ਹੋਣ ਲੱਗਿਆ ਜਿਸ ਨੇ ਚੇਤਨ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੰਕੜੇ ਦੱਸਦੇ ਨੇ ਕਿ ਪਿਛਲੇ 5 ਸਾਲਾਂ ਵਿੱਚ ਭਾਰਤ ਦੇ 6,76,740 ਲੋਕ ਵਿਦੇਸ਼ ਹੀ ਨਹੀਂ ਗਏ, ਬਲਕਿ ਉਹਨਾਂ ਨੇ ਭਾਰਤ ਦੀ ਨਾਗਰਿਕਤਾ ਨੂੰ ਵੀ ਤਲਾਂਜਲੀ ਦੇ ਦਿੱਤੀ ਹੈ, ਯਾਨੀ ਕਿ ਭਾਰਤ ਦੀ ਨਾਗਰਿਕਤਾ ਛੱਡ ਕੇ ਉੱਥੋਂ ਦੇ ਸਿਟੀਜ਼ਨ ਹੋ ਗਏ ਨੇ। ਇੱਕ ਅੰਦਾਜ਼ੇ ਦੇ ਮੁਤਾਬਿਕ ਔਸਤਨ ਤਕਰੀਬਨ 370 ਵਿਅਕਤੀ ਰੋਜ਼ਾਨਾ ਭਾਰਤ ਦੀ ਨਾਗਰਿਕਤਾ ਛੱਡ ਰਹੇ ਨੇ। ਪੂਰੇ ਭਾਰਤ ਦੇ ਵਿੱਚੋਂ 370 ਜਣੇ, ਤੇ ਕਾਫੀ ਵੱਡਾ ਅੰਕੜਾ ਹੈ, ਕੋਈ ਛੋਟਾ ਅੰਕੜਾ ਨਹੀਂ ਹੈ। ਸਰਕਾਰਾਂ ਅਵੇਸਲੀਆਂ ਜਾਂ ਅਲਗਰਜ਼ ਹੋਣ ਤਾਂ ਪਈਆਂ ਹੋਣ, ਪਰ ਦੇਸ਼ ਦਾ ਸਰਮਾਇਆ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਫਿਰ ਆਸਟ੍ਰੇਲੀਆ ਵਰਗੇ ਮੁਲਕ ਧੂ ਕੇ ਲੈ ਜਾਣ, ਬੁੱਧੀਜੀਵੀਆਂ ਨੂੰ ਇਹ ਗਵਾਰਾ ਨਹੀਂ ਹੁੰਦਾ। ਪਰ ਸਰਕਾਰਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਵਿਦੇਸ਼ ਜਾ ਕੇ ਵਸਣ ਦੇ ਰੁਝਾਨ ਦਾ ਦੂਸਰਾ ਪੱਖ ਵੇਖੀਏ ਤਾਂ ਭਾਰਤ ਦੀ ਨਾਗਰਿਕਤਾ ਲੈਣ ਵਿੱਚ ਸਿਰਫ 4200 ਦੇ ਕਰੀਬ ਲੋਕਾਂ ਨੇ ਹੀ ਦਿਲਚਸਪੀ ਦਿਖਾਈ ਹੈ, ਯਾਨੀ ਕਿ ਬਾਹਰਲੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਲਈ ਹੋਵੇ। ਇੱਕ ਅੰਦਾਜ਼ੇ ਮੁਤਾਬਿਕ ਰੋਜ਼ਾਨਾ ਸਿਰਫ 2 ਵਿਦੇਸ਼ੀ ਹੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਰਹੇ ਨੇ। ਇਹਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਮੁਲਕ ਨੇ ਪਾਕਿਸਤਾਨ, ਬੰਗਲਾਦੇਸ਼ ਜਾਂ ਫਿਰ ਅਫਗਾਨਿਸਤਾਨ। ਇੱਥੋਂ ਦੇ ਲੋਕ ਹੀ ਭਾਰਤ ਦੀ ਨਾਗਰਿਕਤਾ ਲੈ ਰਹੇ ਨੇ ਤੇ ਇਹਨਾਂ ਦਾ ਵੀ ਕਾਰਨ ਮਜਬੂਰੀ ਵਸ ਹੀ ਹੁੰਦਾ ਹੈ। ਇਹਨਾਂ ਲੋਕਾਂ ਵਿੱਚ ਸਿਰਫ ਉਹ ਹੀ ਹਿੰਦੂ ਜਾਂ ਸਿੱਖ ਨੇ ਜਿਹੜੇ ਆਪਣੇ ਆਪ ਨੂੰ ਇਹਨਾਂ ਮੁਲਕਾਂ ਦੇ ਵਿੱਚ ਸੁਰੱਖਿਅਤ ਨਹੀਂ ਸਮਝਦੇ। ਇਹਨਾਂ ਮੁਲਕਾਂ ਦੇ ਵਿੱਚ ਉਹ ਘੱਟ ਗਿਣਤੀਆਂ ਦੇ ਵਿੱਚ ਆਉਂਦੇ ਨੇ। ਅਫਗਾਨਿਸਤਾਨ ਦੇ ਹਾਲਾਤ ਵੀ ਆਪਾਂ ਨੂੰ ਪਤਾ ਨੇ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹ ਵੀ ਆਪਣੇ ਤੋਂ ਲੁਕੇ ਨਹੀਂ ਹੈਗੇ। ਬਿਨਾਂ ਸ਼ੱਕ ਭਾਰਤ ਵਿੱਚ ਉਨੀ ਧਰਮ ਕੱਟੜਤਾ ਭਾਰੂ ਨਹੀਂ ਹੈ ਜਿੰਨੀ ਅਫਗਾਨਿਸਤਾਨ ਵਰਗੇ ਮੁਲਕਾਂ ਦੇ ਵਿੱਚ ਹੈ। ਭਾਰਤ ਆ ਕੇ ਕਾਰੋਬਾਰ ਕਰਨ ਜਾਂ ਵਿਆਹ ਕਰਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਬਿਲਕੁਲ ਮਾਮੂਲੀ ਹੈ। ਅੰਕੜੇ ਦੱਸਦੇ ਨੇ ਕਿ ਹੁਣ ਤੱਕ 10,646 ਵਿਅਕਤੀਆਂ ਨੇ ਹੀ ਭਾਰਤ ਦੀ ਨਾਗਰਿਕਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚੋਂ 7,782 ਪਾਕਿਸਤਾਨੀ ਨੇ। ਬੰਗਲਾਦੇਸ਼ ਦੇ 184 ਤੇ ਅਫਗਾਨਿਸਤਾਨ ਦੇ 785 ਲੋਕ ਨੇ। ਇਹ ਸਾਰੇ ਖੁਸ਼ੀ ਨਾਲ ਭਾਰਤੀ ਨਾਗਰਿਕ ਨਹੀਂ ਬਣੇ, ਬਲਕਿ ਮਜਬੂਰੀ ਨਾਲ ਬਣੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਇਹ ਵੀ ਸੱਚ ਹੈ ਕਿ ਕਿਸੇ ਵੇਲੇ ਇਹ ਮੁਲਕ ਸੋਨੇ ਦੀ ਚਿੜੀ ਹੁੰਦਾ ਸੀ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਤੇ ਹੁੰਦੀਆਂ ਸੀ। ਭਾਰਤ ਐਡਾ ਖੁਸ਼ਹਾਲ ਦੇਸ਼ ਹੁੰਦਾ ਸੀ, ਇੰਨਾ ਕੁ ਇਸ ਜ਼ਰਖੇਜ਼ ਇੱਥੋਂ ਦੀ ਜ਼ਮੀਨ ਹੁੰਦੀ ਸੀ ਕਿ ਇੱਥੇ ਇਸੇ ਕਰਕੇ ਜਿਹੜੇ ਵਿਦੇਸ਼ੀ ਧਾੜਵੀ ਸੀ ਉਹ ਆ ਕੇ ਹਮਲਾ ਕਰਦੇ ਹੁੰਦੇ ਸੀ।
ਸੀ। ਪੰਜਾਬ ਉਹਨਾਂ ਦੇ ਸੁਪਨਿਆਂ ਦੇ ਵਿੱਚ ਵਸਦਾ ਹੁੰਦਾ ਸੀ। ਜੰਮੂ ਕਸ਼ਮੀਰ ਦੇ ਉਹ ਸੁਪਨੇ ਲੈਂਦੇ ਸੀ ਤੇ ਮੁਲਕ ਇੰਨਾ ਧਨਵਾਨ ਹੁੰਦਾ ਸੀ ਕਿ ਇਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪਰ ਹਾਕਮਾਂ ਦੀ ਜਿਹੜੀ ਸਭ ਤੋਂ ਵੱਡੀ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਲਾਇਕੀ ਹੈਗੀ ਹੈ, ਜਿਨ੍ਹਾਂ ਨੇ ਇਸ ਮੁਲਕ ਨੂੰ ਮੁੜ ਤੋਂ ਆਰਥਿਕ ਤੌਰ ਤੇ ਗੁਲਾਮ ਬਣਾ ਦਿੱਤਾ ਹੈ। ਤੇ ਭਾਰਤੀ ਨਾਗਰਿਕਤਾ ਛੱਡਣ ਵਾਲੇ ਸਭ ਤੋਂ ਵੱਧ ਜੇ ਦੇਖ ਲਈਏ ਲੋਕ ਤਾਂ ਉਹ ਪੰਜਾਬ ਦੇ ਲੋਕ ਨੇ, ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਡਾਲਰਾਂ ਤੇ ਪਾਉਂਡਾਂ ਵਿੱਚ ਖੇਡਣ ਦੀ ਇੱਛਾ ਨਾਲ ਪ੍ਰਵਾਸ ਲੈ ਰਹੇ ਨੇ ਤੇ ਫਿਰ ਉੱਥੋਂ ਦੇ ਪੱਕੇ ਹੋ ਜਾਂਦੇ ਨੇ। ਹਾਲਾਂਕਿ ਕਈਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਕਿਉਂਕਿ ਨਾ ਇੱਥੇ ਫਸਲਾਂ ਦਾ ਸਹੀ ਮੁੱਲ ਮਿਲਦਾ ਹੈ, ਨਾ ਹੀ ਡਿਗਰੀਆਂ ਲੈ ਕੇ ਨੌਕਰੀਆਂ ਹੀ ਮਿਲਦੀਆਂ ਨੇ। ਕਰੋਨਾ ਕਰਕੇ ਪ੍ਰਵਾਸ ਨੂੰ ਥੋੜੇ ਸਮੇਂ ਲਈ ਠੱਲ ਤਾਂ ਜ਼ਰੂਰ ਪਈ ਸੀ। ਪਿਛਲੇ 2 ਸਾਲਾਂ ਦੇ ਵਿੱਚ ਜਿਹੜੀਆਂ ਪਾਬੰਦੀਆਂ ਲੱਗੀਆਂ ਸੀ ਉਹਨਾਂ ਕਰਕੇ ਕਈ PR ਹਾਸਲ ਕਰ ਚੁੱਕੇ ਪੰਜਾਬੀ ਵੀ ਬਾਹਰ ਨਹੀਂ ਜਾ ਸਕੇ ਤੇ ਕਈ ਨੇ ਜਿਹੜੇ ਸਟੂਡੈਂਟ ਵੀਜ਼ੇ ਲਗਵਾ ਕੇ ਵੀ ਹਾਲੇ ਤੱਕ ਇੱਥੇ ਬੈਠੇ ਨੇ। ਪਰ ਫਿਰ ਵੀ 2021 ਦੇ ਵਿੱਚ 2020 ਨਾਲੋਂ ਦੁੱਗਣੀਆਂ ਅਰਜ਼ੀਆਂ ਭੇਜੀਆਂ ਗਈਆਂ। ਇੱਕ ਹੋਰ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਕਿ ਅਰਜ਼ੀਆਂ ਦੇਣ ਵਾਲਿਆਂ ਵਿੱਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਕਰੀਮ ਦੱਸੀ ਜਾਂਦੀ ਹੈ। ਯਾਨੀ ਕਿ ਜਿਹੜੇ ਪਾੜੇ ਹੈਗੇ ਨੇ, ਪੜਾਕੂ ਵਿਦਿਆਰਥੀ ਨੇ, ਜਿਹੜੇ ਟੌਪਰ ਹੈਗੇ ਨੇ, ਉਹ ਵੀ ਹੁਣ ਲਾਈਫ ਸਿਕਿਉਰਿਟੀ ਦੇ ਲਈ ਬਾਹਰ ਜਾਣ ਨੂੰ ਹੀ ਤਰਜੀਹ ਦਿੰਦੇ ਨੇ। ਉਹਨਾਂ ਦੀ ਜਿਹੜੀ ਪੜ੍ਹਾਈ ਦਾ ਮੁੱਲ ਭਾਵੇਂ ਇੱਥੇ ਪੈ ਜਾਵੇ, ਪਰ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਮੁੱਲ ਇੱਥੇ ਨਹੀਂ ਪੈਣਾ, ਇਸ ਨੂੰ ਲੈ ਕੇ ਉਹ ਚਿੰਤਤ ਰਹਿੰਦੇ ਨੇ, ਉਹਨਾਂ ਨੂੰ ਖਦਸ਼ਾ ਰਹਿੰਦਾ ਹੈ ਇਸ ਕਰਕੇ ਸਿਕਿਉਰ ਲਾਈਫ ਦੇ ਲਈ। ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜਾ ਬੱਚਾ ਕਾਬਿਲ ਹੈ ਉਹਨੂੰ ਇਸ ਮੁਲਕ ਦੇ ਵਿੱਚ ਵੀ ਤੇ ਉਹਨੂੰ ਕਿਸੇ ਮੁਲਕ ਦੇ ਵਿੱਚ ਵੀ ਰੁਜ਼ਗਾਰ ਬੜੇ ਸੌਖੇ ਤਰੀਕੇ ਦੇ ਨਾਲ ਮਿਲ ਹੀ ਜਾਂਦਾ ਹੈ। ਕਾਬਲੀਅਤ ਹੈ ਜਿਹੜੀ ਉਹ ਲੁਕੀ ਨਹੀਂ ਰਹਿੰਦੀ, ਪਰ ਲਾਈਫ ਸਿਕਿਉਰਿਟੀ ਹੈ ਜਿਹੜੀ ਉਹ ਇਸ ਮੁਲਕ ਦੇ ਵਿੱਚ ਨਾ ਦੇ ਬਰਾਬਰ ਹੈ। ਭਾਰਤ ਵਿੱਚ ਜਿਨ੍ਹਾਂ ਨੂੰ ਪੜ੍ਹ ਲਿਖ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਥੋੜੇ ਸਮੇਂ ਦੇ ਲਈ ਡਿਪਲੋਮੇ ਜਾਂ ਡਿਗਰੀ ਕਰਕੇ ਮੋਟੇ-ਮੋਟੇ ਪੈਕੇਜ ਮਿਲ ਜਾਂਦੇ ਨੇ। ਬਾਹਰਲੇ ਦੇਸ਼ਾਂ ਨੂੰ ਕਾਮਿਆਂ ਨੂੰ ਉਹਨਾਂ ਦੇ ਹੁਨਰ ਨੂੰ ਸਾਂਭ ਕੇ ਰੱਖਣ ਦੀ ਜਾਂਚ ਹੈ, ਕੰਮ ਲੈਣ ਦੀ ਵੀ ਜਾਂਚ ਹੈ। ਉਹ ਮਿਹਨਤ ਦਾ ਮੁੱਲ ਮੋੜਨ ਨੂੰ ਵੀ ਆਪਣਾ ਧਰਮ ਸਮਝਦੇ ਨੇ। ਦੂਸਰੇ ਪਾਸੇ ਭਾਰਤ ਦੀ ਕਰੀਮ ਬਾਹਰ ਚਲੇ ਜਾਣ ਕਰਕੇ ਚੰਗੇ, ਮਿਹਨਤੀ ਤੇ ਹੁਸ਼ਿਆਰ ਲੋਕਾਂ ਤੋਂ ਸਾਡਾ ਮੁਲਕ ਸੱਖਣਾ ਹੋ ਰਿਹਾ ਹੈ। ਇਸ ਹਾਲਾਤ ਵਿੱਚ ਦੇਸ਼ ਨੂੰ ਵੱਡਾ ਨੁਕਸਾਨ ਪਹੁੰਚਣ ਦਾ ਡਰ ਹੀ ਨਹੀਂ, ਬਲਕਿ ਵੱਡਾ ਨੁਕਸਾਨ ਪਹੁੰਚ ਵੀ ਰਿਹਾ ਹੈ। ਪਰ ਦੁੱਖ ਹੈ ਕਿ ਨਾ ਸਰਕਾਰਾਂ ਨਾ ਹੀ ਸਿਆਸੀ ਪਾਰਟੀਆਂ ਨੂੰ ਇਸ ਗੱਲ ਦੀ ਚਿੰਤਾ ਹੈ। ਉਹ ਸੱਤਾ ਦੇ ਲਾਲਚ ਦੇ ਵਿੱਚ ਲੋਕਾਂ ਨੂੰ ਕੁੱਲੀ ਗੁੱਲੀ ਜੁੱਲੀ ਤੋਂ ਅੱਗੇ ਜਾ ਕੇ ਕੁਝ ਦੇਖਣ ਦਾ ਮੌਕਾ ਹੀ ਨਹੀਂ ਦੇ ਰਹੀਆਂ। ਸਿਰਫ ਆਟਾ ਦਾਲ ਜਾਂ ਫਿਰ ਮੁਫਤ ਪੜ੍ਹਾਈ, ਮੁਫਤ ਬਿਜਲੀ, ਇੱਥੋਂ ਤੱਕ ਹੀ ਲੋਕਾਂ ਨੂੰ ਸੀਮਿਤ ਰੱਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਮੁਲਕ ਦੀ ਤਰਾਸਦੀ ਇਹ ਹੈ ਕਿ ਪੰਜਾਬੀ ਨੌਜਵਾਨਾਂ ਦੀ ਗੈਰ ਹਾਜ਼ਰੀ ਵਿੱਚ ਪ੍ਰਵਾਸੀ ਮਜ਼ਦੂਰ ਪੰਜਾਬ ਤੇ ਭਾਰੂ ਪੈਣ ਲੱਗੇ ਨੇ। ਪੰਜਾਬ ਦੇ ਕੁਝ ਜ਼ਿਲ੍ਹੇ ਤਾਂ ਇਹੋ ਜਿਹੇ ਨੇ, ਜਲੰਧਰ ਵਰਗੇ, ਜਿੱਥੇ ਤੁਸੀਂ ਜਦੋਂ ਜਾਂਦੇ ਹੋ ਜਲੰਧਰ ਵਿੱਚੋਂ ਦੀ ਜਿਵੇਂ ਲੰਘ ਕੇ ਵੀ ਜਾਂਦੇ ਹੋ ਤਾਂ ਚਾਹੇ ਤੁਸੀਂ ਸਬਜ਼ੀ ਮੰਡੀ ਦੇਖ ਲਓ, ਚਾਹੇ ਇੱਥੋਂ ਦੇ ਬਾਜ਼ਾਰ ਦੇਖ ਲਓ, ਇੱਥੇ ਤੁਹਾਨੂੰ ਵਿਦੇਸ਼ੀ ਜਿਹੜੇ ਮਜ਼ਦੂਰ ਨੇ, ਮਾਫ ਕਰਨਾ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਉਹੀ ਤੁਹਾਨੂੰ ਜ਼ਿਆਦਾ ਗਿਣਤੀ ਦੇ ਵਿੱਚ ਦਿਖਾਈ ਦਿੰਦੇ ਨੇ। ਪਿੰਡ ਦੇ ਸਰਪੰਚ ਤੋਂ ਲੈ ਕੇ ਮੇਅਰ ਦੀ ਕੁਰਸੀ ਤੱਕ ਇਹਨਾਂ ਦਾ ਕਬਜ਼ਾ ਹੁਣ ਤਾਂ ਹੋਣ ਲੱਗ ਪਿਆ। ਗੱਲ ਇੱਥੋਂ ਤੱਕ ਪਹੁੰਚ ਗਈ ਹੈ। ਇੱਥੇ ਜਿਹੜੇ ਨੌਕਰੀਆਂ ਇਹਨਾਂ ਨੂੰ ਮਿਲਣ ਲੱਗ ਪਈਆਂ ਨੇ, ਸਰਕਾਰੀ ਮਹਿਕਮਿਆਂ ਦੇ ਵਿੱਚ ਨੌਕਰੀਆਂ ਲੈਣ ਲੱਗੇ ਨੇ। ਪੰਜਾਬ ਦੇ ਕਈ ਪਿੰਡਾਂ ਦੇ ਘਰਾਂ ਦੇ ਮੁੱਖ ਗੇਟ ਦੇ ਨਾਂ ਦੀਆਂ ਤਖਤੀਆਂ ਵੀ ਬਦਲੀਆਂ ਜਾਣ ਲੱਗੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਪੜ੍ਹ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਰਹਿ ਕੌਣ ਰਿਹਾ ਹੈ। ਤੇ ਜੇ ਹੁਣ ਵੀ ਨਾ ਸੰਭਲੇ ਤਾਂ ਆਖਿਰਕਾਰ ਕਦੋਂ ਅਸੀਂ ਸੰਭਲਾਂਗੇ? ਕਦੋਂ ਆਪਣੇ ਵਜੂਦ ਨੂੰ, ਆਪਣੇ ਆਪ ਨੂੰ, ਆਪਣੇ ਪੰਜਾਬ ਨੂੰ ਬਚਾਵਾਂਗੇ? ਤੇ ਹਾਕਮਾਂ ਨਾਲੋਂ ਤਾਂ ਕਹਿ ਸਕਦੇ ਹਾਂ ਕਿ ਸਾਡੀਆਂ ਬੱਚੀਆਂ ਹੀ ਵਧੇਰੇ ਫਿਕਰਮੰਦ ਨਿਕਲੀਆਂ, ਜਿਨ੍ਹਾਂ ਨੇ ਕਈ ਦਹਾਕੇ ਪਹਿਲਾਂ ਮਿਹਣਾ ਮਾਰਿਆ ਸੀ ਬਾਪੂ ਨੂੰ। ਪਰਦੇਸੀ ਨੂੰ ਨਾ ਦੇਈ ਬਾਬਲਾ, ਹਾਲੀ ਪੁੱਤ ਬਥੇਰੇ, ਮੈਂ ਤੈਨੂੰ ਵਰਜ ਰਹੀ, ਦੇਈ ਨਾ ਬਾਬਲਾ ਫੇਰੇ, ਇਹ ਮਿਹਣਾ ਦਿੱਤਾ ਸੀਗਾ। ਤੇ ਹੁਣ ਤਾਂ ਪਰ ਜਿਹੜੀਆਂ ਕੁੜੀਆਂ ਨੇ ਉਹ ਵੀ ਇਸ ਤਰ੍ਹਾਂ ਦੀ ਸੋਚ ਵਾਲੀਆਂ ਨਹੀਂ ਰਹੀਆਂ। ਇਹੀ ਇਸ ਮੁਲਕ ਦੀ, ਖਾਸ ਕਰਕੇ ਪੰਜਾਬ ਦੀ ਤਰਾਸਦੀ ਹੈ। ਬਚਾਉਣਾ ਵੀ ਪੰਜਾਬੀਆਂ ਦੇ ਹੱਥ ਹੈ। ਧੰਨਵਾਦ।